ਦੇ ਉੱਤੇ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤਿੱਖਾ ਨਿਸ਼ਾਨਾ ਸਾਧ ਰਹੇ ਨੇ। ਮੁੱਦਾ ਹੈ ਗੁਰਦਾਸਪੁਰ ਬੇਅਦਬੀ ਦਾ। ਗੁਰਦਾਸਪੁਰ ਬੇਅਦਬੀ ਦੇ ਉੱਤੇ ਸੁਖਬੀਰ ਬਾਦਲ ਘੇਰਦੇ ਹੋਏ ਨਜ਼ਰ ਆ ਰਹੇ ਨੇ। ਇਸ ਸਮੇਂ ਸਰਕਾਰ ਨੂੰ 2015 ਦੇ ਵਿੱਚ ਜੋ ਬੇਅਦਬੀ ਹੋਈ ਸੀ, ਸੁਖਬੀਰ ਬਾਦਲ ਕਹਿ ਰਹੇ ਨੇ ਕਿ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਅਤੇ ਹੁਣ ਕਿ ਇਹ ਦੋਵੇਂ ਮਾਮਲੇ ਵੱਖ-ਵੱਖ ਨੇ। ਹਫ਼ਤਾ ਬੀਤਣ ਦੇ ਉੱਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਸੀਐਮ ਨੇ ਨਾ ਵਜ਼ੀਰ ਨਾ ਸਪੀਕਰ ਕੁਝ ਬੋਲੇ ਨੇ। ਜਥੇਬੰਦੀਆਂ ਨੂੰ ਵੀ ਬੇਅਦਬੀ ਨਹੀਂ ਦਿਖਦੀ। ਸਰਕਾਰ ਤੇ ਸਿੱਖ ਜਥੇਬੰਦੀਆਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਿਸ਼ਾਨਾ ਸਾਧਦੇ ਹੋਏ ਨਜ਼ਰ ਆ ਰਹੇ ਨੇ। ਗੁਰਦਾਸਪੁਰ ਬੇਅਦਬੀ ਦੇ ਉੱਤੇ ਸੁਖਬੀਰ ਸਿੰਘ ਬਾਦਲ ਨੇ ਸਰਕਾਰ ਨੂੰ ਤੇ ਜਿਹੜੀਆਂ ਸਿੱਖ ਜਥੇਬੰਦੀਆਂ ਉਹਨਾਂ ਨੂੰ ਘੇਰਿਆ ਹੈ ਤੇ ਉਹਨਾਂ ਨੇ ਕਿਹਾ ਕਿ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਹੋਰ ਸੀ ਤੇ ਹੁਣ ਹੋਰ ਨੇ। ਦਰਅਸਲ 2015 ਦੇ ਵਿੱਚ ਬੇਅਦਬੀ ਦਾ ਘਟਨਾ ਜੋ ਬੁਰਜ ਜਵਾਹਰ ਕੇ ਪਿੰਡ ਦੇ ਵਿੱਚ ਸਾਹਮਣੇ ਆਇਆ ਸੀ, ਉਸ ਨੂੰ ਲੈ ਕੇ ਉਸ ਸਮੇਂ ਦੀ ਤਤਕਾਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਘੇਰਿਆ ਜਾਂਦਾ ਹੈ। ਵਿਰੋਧੀਆਂ ਦੇ ਵੱਲੋਂ ਉਸ ਤੇ ਸਵਾਲ ਚੁੱਕੇ ਜਾਂਦੇ ਨੇ। ਸੁਖਬੀਰ ਬਾਦਲ ਹੁਣ ਸਵਾਲ ਕਰ ਰਹੇ ਨੇ ਕਿ ਸਮਝਾਇਆ ਜਾਵੇ ਕਿ ਜੋ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਹੋਰ ਸੀ ਤੇ ਹੁਣ ਹੋਰ ਨੇ, ਕਿ ਇਸ ਤਰੀਕੇ ਨਾਲ ਹੈ। ਹਫ਼ਤਾ ਬੀਤ ਜਾਣ ਦੇ ਬਾਅਦ ਵੀ ਕੋਈ ਕਾਰਵਾਈ ਕਿਉਂ ਨਹੀਂ ਹੋਈ? ਨਾ ਸੀਐਮ, ਨਾ ਵਜ਼ੀਰ, ਨਾ ਸਪੀਕਰ ਕੁਝ ਵੀ ਨਹੀਂ ਬੋਲੇ ਨੇ। ਗੁਰਦਾਸਪੁਰ ਦੇ ਵਿੱਚ ਬੇਅਦਬੀ ਦੀ ਘਟਨਾ ਸਾਹਮਣੇ ਆਈ ਸੀ ਤੇ ਉਸ ਦੇ ਉੱਤੇ ਹੁਣ ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਿਸ਼ਾਨਾ ਸਾਧਦੇ ਹੋਏ ਨਜ਼ਰ ਆ ਰਹੇ ਨੇ। ਵਿਨੇਸ਼ ਕਟਾਰੀਆ ਸਾਡੇ ਸਹਿਯੋਗੀ ਸਾਡੇ ਨਾਲ ਨੇ ਫੋਨ ਲਾਈਨ ਦੇ ਉੱਤੇ। ਵਿਨੇਸ਼, ਕੀ ਕੁਝ ਜਾਣਕਾਰੀ? ਮੁੱਦਾ ਜਦੋਂ ਬੇਅਦਬੀ ਦਾ ਹੁੰਦਾ ਹੈ ਬਹੁਤ ਸੰਵੇਦਨਸ਼ੀਲ ਵੀ ਹੈ ਤੇ ਦੂਜੇ ਪਾਸੇ ਸਿਆਸਤ ਵੀ ਇਸ ਮੁੱਦੇ ਉੱਤੇ ਪੰਜਾਬ 'ਚ ਪਿਛਲੇ ਕੁਝ ਸਾਲਾਂ ਤੋਂ ਖੂਬ ਹੁੰਦੀ ਹੈ। ਗੌਰਵ, ਲਗਭਗ 2 ਹਫ਼ਤਿਆਂ ਬਾਅਦ ਅੱਜ ਸੁਖਬੀਰ ਸਿੰਘ ਬਾਦਲ ਨੇ ਇਸ ਮਾਮਲੇ ਤੇ ਰਿਐਕਟ ਕੀਤਾ ਹੈ, ਜਿਹੜੀ ਕਿ ਇੱਕ ਗੁਰਦਾਸਪੁਰ ਜ਼ਿਲ੍ਹੇ ਤੋਂ ਖਬਰ ਆਈ ਸੀਗੀ, ਜਿਸ ਵਿੱਚ ਕੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਿਹੜੇ ਅੰਗ ਹੈ ਉਹ ਪਾੜੇ ਹੋਏ ਸੀਗੇ। ਤੇ ਉਸ ਸੰਬੰਧੀ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੈ, ਉਹਨਾਂ ਨੇ ਇੱਕ ਬਹੁਤ ਹੀ ਇਮੋਸ਼ਨਲ ਪੋਸਟ ਲਿਖਿਆ ਹੈ ਤੇ ਬਕਾਇਦਾ ਜ਼ਿਕਰ ਕੀਤਾ 2015 ਤੋਂ ਲੈ ਕੇ ਤੇ ਹੁਣ ਤੱਕ ਦਾ। ਸੁਖਬੀਰ ਬਾਦਲ ਨੇ ਸਿੱਖ ਜਥੇਬੰਦੀਆਂ ਨੂੰ ਵੀ ਨਿਸ਼ਾਨੇ ਤੇ ਲਿਆ ਹੈ, ਜਿਹੜੀਆਂ ਪਾਸਟ ਵਿੱਚ ਸਰਕਾਰਾਂ ਰਹੀਆਂ, ਭਾਵੇਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੋਵੇ, ਭਾਵੇਂ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਹੋਵੇ, ਉਹਨਾਂ ਨੂੰ ਵੀ ਨਿਸ਼ਾਨੇ ਤੇ ਲਿਆ ਹੈ ਤੇ ਜਿਹੜੀ ਮੌਜੂਦਾ ਸਰਕਾਰ ਹੈ ਉਸ ਨੂੰ ਵੀ ਨਿਸ਼ਾਨੇ ਤੇ ਲਿਆ ਹੈ। ਉਹਨਾਂ ਨੇ ਬਕਾਇਦਾ ਜ਼ਿਕਰ ਕੀਤਾ ਹੈ ਕਿ ਜਦੋਂ ਸਾਡੀ ਸਰਕਾਰ ਵੇਲੇ 2015 ਵਿੱਚ ਉਹ ਮੰਦਭਾਗਾ ਹਾਦਸਾ ਹੋਇਆ ਸੀਗਾ, ਉਦੋਂ ਸ਼੍ਰੋਮਣੀ ਅਕਾਲੀ ਦਲ ਨੂੰ ਸਾਰਿਆਂ ਨੇ ਨਿਸ਼ਾਨੇ ਤੇ ਲਿਆ, ਬਾਦਲ ਪਰਿਵਾਰ ਨੂੰ ਨਿਸ਼ਾਨੇ ਤੇ ਲਿਆ। ਤੇ ਅੱਜ ਜਿਹੜੀਆਂ ਘਟਨਾਵਾਂ ਹੋ ਰਹੀਆਂ ਕਿ ਉਦੋਂ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਅੱਜ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਕੋਈ ਫਰਕ ਹੈ? ਇਸ ਸੰਬੰਧੀ ਉਹਨਾਂ ਨੇ ਸਵਾਲ ਕੀਤਾ ਕਿ ਉਦੋਂ ਜਿਹੜੇ ਅਖੌਤੀ ਪੰਥਕ ਜਥੇਦਾਰ ਸੀਗੇ ਉਹ ਸਵਾਲ ਚੱਕਦੇ ਸੀਗੇ ਤੇ ਉਹ ਕਹਿੰਦੇ ਸੀਗੇ ਕਿ ਨਹੀਂ ਜੀ, ਸਾਡੇ ਬਾਪ ਦੀ ਪੱਗ ਰੋਲੀ ਜਾ ਰਹੀ ਹੈ, ਬਾਪ ਦੀ ਇੱਜ਼ਤ ਤੇ ਦਾਗ ਲੱਗ ਰਿਹਾ। ਪਰ ਹੁਣ ਕਹਿ ਰਹੇ ਜਦੋਂ ਬੈਕ ਟੂ ਬੈਕ ਬੇਅਦਬੀ ਦੀਆਂ ਘਟਨਾ ਹੋ ਰਹੀਆਂ, ਭਾਵੇਂ ਗੁਰਦਾਸਪੁਰ ਵਿਖੇ ਹੋਵੇ, ਭਾਵੇਂ ਮੋਰਿੰਡੇ ਵਿਖੇ ਹੋਵੇ ਜਾਂ ਕਿਤੇ ਹੋਰ ਹੋਵੇ, ਤਾਂ ਕੋਈ ਜਥੇਦਾਰ ਨਹੀਂ ਆ ਰਿਹਾ, ਨਾ ਹੀ ਕੋਈ ਕਾਂਗਰਸ ਪਾਰਟੀ ਸੈਸ਼ਨ ਬੁਲਾਉਣ ਦੀ ਮੰਗ ਕਰ ਰਹੀ ਹੈ। ਗੌਰਵ, ਤੁਹਾਨੂੰ ਯਾਦ ਹੋਏਗਾ ਉਦੋਂ ਕਾਂਗਰਸ ਪਾਰਟੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਸਪੈਸ਼ਲ ਸੈਸ਼ਨ ਸੱਦਿਆ ਗਿਆ ਸੀਗਾ ਵਿਧਾਨ ਸਭਾ ਦਾ, ਤੇ ਨਾ ਹੀ ਕੋਈ ਕਾਂਗਰਸ ਪਾਰਟੀ ਸੈਸ਼ਨ ਬੁਲਾਉਣ ਦੀ ਮੰਗ ਕਰ ਰਹੀ ਹੈ ਡਿਸਪਾਈਟ ਵਿਰੋਧੀ ਧਿਰ 'ਚ ਹੋਣ ਦੇ ਬਾਵਜੂਦ। ਨਾ ਹੀ ਆਮ ਆਦਮੀ ਪਾਰਟੀ ਵੱਲੋਂ ਕੋਈ ਰਿਐਕਸ਼ਨ ਕੀਤਾ ਜਾ ਰਿਹਾ ਇਸ ਮਾਮਲੇ 'ਚ, ਤੇ ਨਾ ਹੀ ਜਿਹੜੇ ਉਸ ਟਾਈਮ ਦੇ ਜਥੇਦਾਰ ਰਹੇ ਹੈ ਸੁਖਬੀਰ ਬਾਦਲ ਦਾ ਸਿੱਧਾ ਨਿਸ਼ਾਨਾ ਭਾਵੇਂ ਧਿਆਨ ਸਿੰਘ ਮੰਡ ਹੋਣ, ਭਾਵੇਂ ਬਲਜੀਤ ਸਿੰਘ ਦਾਦੂਵਾਲ ਹੋਣ, ਉਹਨਾਂ ਵੱਲ ਦੇ ਉੱਪਰ ਸੀ। ਤੇ ਬਕਾਇਦਾ ਉਹਨਾਂ ਨੇ ਸਪੀਕਰ ਨੂੰ ਵੀ ਘੇਰਿਆ ਵੀ ਉਹਨਾਂ ਨੇ ਕਿਹਾ ਜਿਹੜੇ ਸਪੀਕਰ ਆਪਣੇ ਆਪ ਨੂੰ ਪੰਥ ਹਿਤੈਸ਼ੀ ਦੱਸਦੇ ਆ ਉਹ ਵੀ ਇਸ ਮਾਮਲੇ ਤੇ ਕੋਈ ਵੀ ਟਿੱਪਣੀ ਨਹੀਂ ਕਰ ਰਹੇ। ਇਹ ਜਿਹੜੀਆਂ ਦਰਦਨਾਕ ਘਟਨਾਵਾਂ ਹੋ ਰਹੀਆਂ, ਸੁਖਬੀਰ ਬਾਦਲ ਨੇ ਇੱਕ ਬਹੁਤ ਹੀ ਇਮੋਸ਼ਨਲ ਪੋਸਟ ਲਿਖਿਆ ਹੈ ਤੇ ਨਾਲ ਉਹਨਾਂ ਨੇ ਖਾਲਸਾ ਪੰਥ ਨੂੰ ਵੀ ਐਡਰੈਸ ਕੀਤਾ ਕਿ ਖਾਲਸਾ ਪੰਥ ਖੁਦ ਇਸ ਮਾਮਲੇ ਤੇ ਨਿਰਣਾ ਕਰੇ ਕਿ ਵਾਕਿਆ ਹੀ ਜਿਹੜੇ ਖਾਲਸਾ ਪੰਥ ਦੇ ਹੱਥਾਂ ਵਿੱਚ ਖੇਡਦੇ ਰਹੇ ਹੈ ਜਾਂ ਜਿਹੜੇ ਉਸ ਟਾਈਮ ਦੇ ਖੋਤੀ ਜਥੇਦਾਰ ਸੀ, ਅੱਜ ਉਹਨਾਂ ਦਾ ਰੂਪ ਕੁਝ ਹੋਰ ਹੋਇਆ ਪਿਆ ਹੈ। ਉਹਨਾਂ ਦਾ ਰੋਲ ਉਦੋਂ ਕੀ ਸੀਗਾ, ਅੱਜ ਕੀ ਸੀਗਾ, ਇਸ ਸੰਬੰਧੀ ਖਾਲਸਾ ਪੰਥ ਨੂੰ ਖੁਦ ਨਿਰਣਾ ਕਰਨਾ ਚਾਹੀਦਾ। ਤੇ ਇੱਕ ਜੀ ਠੀਕ ਹੈ ਵਿਨੇਸ਼, ਤੁਹਾਡੇ ਕੋਲ ਮੈਂ ਵਾਪਸ ਆਉਂਗਾ। ਫਿਲਹਾਲ ਦੇ ਲਈ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਇਸ ਸਮੇਂ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਚੀਫ ਸਪੋਕਸਪਰਸਨ ਜੁੜੇ ਹੋਏ ਨੇ ਮਲਵਿੰਦਰ ਕੰਗ ਜੀ। ਕੰਗ ਜੀ, ਸਵਾਗਤ ਹੈ ਤੁਹਾਡਾ। ਬੇਅਦਬੀ ਦੇ ਮੁੱਦੇ ਉੱਤੇ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਕਾਰ ਨੂੰ, ਆਮ ਆਦਮੀ ਪਾਰਟੀ ਨੂੰ ਘੇਰ ਰਹੇ ਨੇ ਤੇ ਸਵਾਲ ਕਰ ਰਹੇ ਨੇ ਕਿ ਜੋ ਘਟਨਾਕ੍ਰਮ ਵਾਪਰਿਆ ਹੈ ਬੇਅਦਬੀ ਦਾ ਗੁਰਦਾਸਪੁਰ ਦੇ ਵਿੱਚ ਉਹ ਤੇ 2015 ਵਾਲਾ, ਕਿ ਤੁਹਾਨੂੰ ਵੱਖੋ ਵੱਖਰਾ ਨਜ਼ਰ ਆਉਂਦਾ ਹੈ? ਕਿਉਂ ਇਸ ਦੇ ਉੱਤੇ ਚੁੱਪ ਵੱਟੀ ਹੋਈ ਹੈ? ਨਾ ਸਿਰਫ ਆਮ ਆਦਮੀ ਪਾਰਟੀ ਜਾਂ ਸਰਕਾਰ ਨੂੰ ਸਵਾਲ ਕਰ ਰਹੇ ਨੇ ਬਲਕਿ ਧਾਰਮਿਕ ਜਥੇਬੰਦੀਆਂ ਨੂੰ ਵੀ ਸਵਾਲ ਕਰ ਰਹੇ ਨੇ। ਦੇਖੋ, ਗੱਲ ਇਹ ਆ ਗੌਰਵ ਜੀ, 2015 ਚ ਜਿਹੜਾ ਗੁਰੂ ਸਾਹਿਬ ਦੀ ਬੇਅਦਬੀ ਵਾਲਾ ਸਾਰਾ ਘਟਨਾਕ੍ਰਮ ਹੋਇਆ ਸੀ, ਉਸ ਘਟਨਾ ਤੋਂ ਬਾਅਦ ਜਿਸ ਤਰੀਕੇ ਨਾਲ ਮੌਜੂਦਾ ਸਰਕਾਰ ਨੇ, ਉਸ ਟਾਈਮ ਦੀ ਬਾਦਲ ਸਾਹਿਬ ਦੀ ਸਰਕਾਰ ਸੀ, ਸੁਖਬੀਰ ਜੀ ਹੋਮ ਮਿਨਿਸਟਰ ਸੀਗੇ, ਉਹਨਾਂ ਨੇ ਉਹਨਾਂ ਨੂੰ ਪੈਟਰੋਨਾਈਜ਼ ਕੀਤਾ, ਜਿਹੜੇ ਪ੍ਰਾਈਮ ਅਕਿਊਜ਼ ਸੀਗੇ। ਜਿਸ ਤਰੀਕੇ ਨਾਲ ਉਹਨਾਂ ਨੂੰ ਬਚਾਉਣ ਦੀਆਂ ਸਾਜ਼ਿਸ਼ਾਂ ਹੋਈਆਂ ਔਰ ਪੀਸਫੁਲੀ ਪ੍ਰੋਟੈਸਟ ਕਰ ਰਹੀ ਸੰਗਤ ਤੇ ਗੋਲੀਆਂ ਚਲਵਾ ਦਿੱਤੀਆਂ ਗਈਆਂ, ਨੌਜਵਾਨ ਸ਼ਹੀਦ ਹੋ ਗਏ। ਫਿਰ ਉਸ ਤੋਂ ਵੀ ਅੱਗੇ ਜਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਨਾ ਸਿਰਫ ਡੇਰੇ ਵਾਲਾ ਜਿਹਦਾ ਨਾਂ ਲੱਗਦਾ ਸੀ ਬੇਅਦਬੀ ਵਾਸਤੇ,
ਉਹਦੇ ਹੱਕ 'ਚ ਇਸ਼ਤਿਹਾਰ ਦਵਾਏ ਲੱਖਾਂ ਰੁਪਏ ਦੇ। ਈਵਨ ਜਥੇਦਾਰ ਸਾਹਿਬਾਨ ਜਿਹੜੇ ਸੀਗੇ ਉਹਨਾਂ ਨੂੰ ਬਾਦਲ ਸਾਹਿਬ ਦੀ ਕੋਠੀ ਯਾਨੀ ਕਿ ਸੀਐਮ ਹਾਊਸ ਇੱਕ ਤਰ੍ਹਾਂ ਤਲਬ ਕੀਤਾ ਗਿਆ, ਜਿਹੜਾ ਕਿ ਇਤਿਹਾਸ 'ਚ ਕਦੇ ਨਹੀਂ ਹੋਇਆ। ਐਡੇ ਸਤਿਕਾਰਿਤ ਜਿਹੜੀਆਂ ਸਾਡੀਆਂ ਹਸਤੀਆਂ ਸਿੱਖ ਕੌਮ ਦੀਆਂ, ਉਹਨਾਂ ਨੂੰ ਤਲਬ ਕਰਨਾ ਔਰ ਉਹਨਾਂ ਤੋਂ ਇੱਕ ਝੂਠਾ ਮਾਫੀਨਾਮਾ ਬਣਵਾਉਣਾ ਜਿਹੜਾ ਕਿ ਉਹਨਾਂ ਨੇ ਬਣਾਇਆ ਹੀ ਨਹੀਂ ਸੀ, ਔਰ ਉਸ ਮਾਫੀਨਾਮੇ ਦੇ ਆਧਾਰ ਤੇ ਫਿਰ ਉਹਨੂੰ ਮਾਫੀ ਦੇ ਦੇਣੀ, ਫਿਰ ਉਹਦੇ ਹੱਕ 'ਚ ਇਸ਼ਤਿਹਾਰ ਐਜੀਪੀਸੀ ਦੇ ਰਹੀ ਆ। ਦੇਖੋ ਕਿੰਨੀ ਵੱਡੀ ਗੱਲ। ਅੱਜ ਉਹ ਕਹਿ ਰਹੇ ਜੀ ਉਹਨੂੰ ਕਦੀ ਕਹਿੰਦੇ ਜੀ ਪੈਰੋਲ ਮਿਲ ਗਈ, ਇਸੇ ਹੀ ਪੈਰੋਲ ਵਾਲੇ ਨੂੰ ਇਹ ਮਾਫੀਆ ਇਸ਼ਤਿਹਾਰ ਦਿੰਦੇ ਰਹੇ ਹੱਕ 'ਚ। ਮੇਰਾ ਕਹਿਣ ਤੋਂ ਭਾਵ ਹੈ ਗੌਰਵ ਜੀ, ਹਰੇਕ ਇਸ਼ੂ ਤੇ ਸਰਕਾਰ ਬਹੁਤ ਸੰਜੀਦਾ ਹੈ ਮਾਨ ਸਾਹਿਬ, ਲੇਕਿਨ 15 'ਚ ਇਹੀ ਫਰਕ ਸੀ ਕਿ ਜਿਸ ਮੌਕੇ ਦੀ ਸਰਕਾਰ ਨੇ ਜਿਹੜੇ ਪ੍ਰਾਈਮ ਮਿਨਿਸਟਰ ਉਹਨਾਂ ਨੂੰ ਹਰ ਹੀਲੇ ਵਸੀਲੇ ਨਾਲ ਬਚਾਉਣ ਦੀ ਜਿਹੜੀ ਕੋਸ਼ਿਸ਼ ਕੀਤੀ, ਬਰੀ ਕਰਨ ਦੀ ਕੋਸ਼ਿਸ਼ ਕੀਤੀ, ਔਰ ਖਾਸ ਕਰ ਜਦੋਂ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਜਿਹੜੇ ਹੁਣ ਘਟਨਾਵਾਂ ਹੋ ਰਹੀਆਂ ਨੇ ਉਸ ਦੇ ਵਿੱਚ ਮੁਲਜ਼ਮਾਂ ਨੂੰ ਬਚਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਜਾ ਰਹੀ, ਕਿਸੇ ਵੀ ਤਰੀਕੇ ਨਾਲ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ। ਤੁਹਾਨੂੰ ਇਹੀ ਫਰਕ ਨਜ਼ਰ ਆ ਰਿਹਾ, ਇਹੀ ਫਰਕ ਨਜ਼ਰ ਆ ਰਿਹਾ। ਇਹ ਕਾਨੂੰਨ ਬਹੁਤ ਸਖਤੀ ਨਾਲ ਕੰਮ ਕਰ ਰਿਹਾ ਹੈ। ਜਿਹੜੀ ਕੋਈ ਘਟਨਾ ਹੋਊਗੀ, ਚਾਹੇ ਉਹ ਵੇਖਿਆ ਆਪਾਂ ਮਰਿੰਡੇ ਵੀ ਹੋਈ ਸੀ, ਇਮੀਡੀਏਟਲੀ ਸਰਕਾਰ ਨੇ ਐਕਸ਼ਨ ਲਿਆ, ਜਾਂ ਜੋ ਵੀ ਇਹ ਕਿਸੇ ਵੀ, ਚਾਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੋਣ, ਗੀਤਾ ਪਵਿੱਤਰ ਗੀਤਾ ਕੁਰਾਨ ਹੋਣ, ਕੋਈ ਵੀ, ਚਾਹੇ ਸਾਡੇ ਈਸਾਈ ਭਾਈਚਾਰੇ ਨਾਲ ਕੋਈ ਹੋਵੇ, ਬਿਲਕੁਲ ਕਿਸੇ ਨੂੰ ਬਖਸ਼ਣਾ ਨਹੀਂਗਾ। ਨਾ ਇਹ ਪੰਜਾਬ ਚ ਅਜਿਹਾ ਮਾਹੌਲ ਬਣਾ, ਉਹ ਸਪਾਂਸਰਡ ਸੀ ਇੱਕ ਤਰ੍ਹਾਂ ਦਾ 2015 ਦਾ, ਤਾਂ ਹੀ ਇਹਨਾਂ ਤੇ ਇਸ ਤਰ੍ਹਾਂ ਦੇ ਦੋਸ਼ ਲੱਗਦੇ ਆ ਅਕਾਲੀ ਸਰਕਾਰ। ਚਲੋ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤਾਂ ਇੱਕ ਤਰੀਕੇ ਨਾਲ ਪਲਟਵਾਰ ਵੀ ਕੀਤਾ ਜਾ ਰਿਹਾ ਹੈ। ਮਲਵਿੰਦਰ ਕੰਗ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਜੁੜੇ ਹੋਏ ਸਨ ਤੇ ਦੂਜੇ ਪਾਸੇ ਉਹ ਵੀ ਸਵਾਲ ਚੁੱਕ ਰਹੇ ਨੇ। ਸਪਾਂਸਰਡ ਸ਼ਬਦ ਦਾ ਵੀ ਇਸਤੇਮਾਲ ਉਹਨਾਂ ਦੇ ਵੱਲੋਂ ਕਰ ਦਿੱਤਾ ਗਿਆ ਕਿ 2015 ਤੇ 2023 ਦੇ ਵਿੱਚ ਫਰਕ ਇਹੀ ਹੈ ਕਿ 2015 ਦੇ ਵਿੱਚ ਉਸ ਸਮੇਂ ਬਚਾਉਣ ਦੀ ਕੋਸ਼ਿਸ਼ ਹੋਈ, ਹੁਣ ਨਹੀਂ ਹੁੰਦੀ। ਕਹਿ ਰਹੇ ਪੋਲੀਟੀਕਲ ਤੌਰ ਦੇ ਉੱਤੇ ਇੱਕ ਦੂਜੇ ਦੇ ਉੱਤੇ ਐਲੀਗੇਸ਼ਨਸ ਲਗਾਏ ਜਾ ਰਹੇ ਨੇ। ਸੁਖਬੀਰ ਬਾਦਲ ਹੋਰਾਂ ਦੇ ਵੱਲੋਂ ਫੇਸਬੁੱਕ ਪੋਸਟ ਪਾਈ ਗਈ ਹੈ, ਕੀ ਕੁਝ ਲਿਖਿਆ ਗਿਆ ਉਹ ਤੁਹਾਨੂੰ ਦਿਖਾ ਰਹੇ ਹਾਂ। ਉਹਨਾਂ ਨੇ ਲਿਖਿਆ ਕਿ ਇਹ ਸੋਚ ਕੇ ਕਿ ਸਰਕਾਰ ਅਤੇ ਹੋਰ ਜਥੇਬੰਦੀਆਂ ਨੂੰ ਇਸ ਬਾਰੇ ਕੁਝ ਕਰਨ ਦੇ ਲਈ ਥੋੜਾ ਸਮਾਂ ਲੱਗ ਸਕਦਾ ਹੈ, ਮੈਂ ਕਿਸੇ ਦੀ ਨੁਕਤਾਚੀਨੀ ਨਹੀਂ ਕੀਤੀ, ਸਿਰਫ ਇਸ ਘਟਨਾ ਉੱਤੇ ਆਪਣੇ ਮਨ ਦੀ ਤਕਲੀਫ ਪ੍ਰਗਟਾਉਣ ਕਰਨ ਤੋਂ ਸਿਵਾਏ ਕੁਝ ਨਹੀਂ ਕਿਹਾ। ਪਰ 2 ਹਫ਼ਤਿਆਂ ਤੋਂ ਬਾਅਦ ਵੀ ਸਰਕਾਰ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਨਾ ਦੋਸ਼ੀ ਫੜੇ ਗਏ ਤੇ ਨਾ ਹੀ ਮੁੱਖ ਮੰਤਰੀ ਜਾਂ ਉਹਨਾਂ ਦੇ ਕਿਸੇ ਵਜ਼ੀਰ ਜਾਂ ਆਪਣੇ ਆਪ ਨੂੰ ਪੰਥਕ ਦੱਸਣ ਵਾਲੇ ਸਪੀਕਰ ਸਾਹਿਬ ਨੇ ਨਹੀਂ ਇੱਕ ਅੱਖਰ ਬੋਲਣ ਦੇ ਲਈ ਵੀ ਆਪਣਾ ਮੂੰਹ ਖੋਲ੍ਹਿਆ। ਸਰਕਾਰੀ ਮਾਇਆ ਤੇ ਸਰਕਾਰੀ ਸ਼ਹਿ ਉੱਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦੇ ਲਈ ਖੜੀਆਂ ਕੀਤੀਆਂ ਗਈਆਂ ਅਖੌਤੀ ਪੰਥਕ ਜਥੇਬੰਦੀਆਂ ਜਾਂ ਧਾਰਮਿਕ ਸ਼ਖਸੀਅਤਾਂ ਵੀ ਆਪਣੀ ਆਕਾ ਸਰਕਾਰ ਦੀ ਨਾਕਾਰਗੁਜ਼ਾਰੀ ਉੱਤੇ ਸਿਰਫ ਸਾਜ਼ਿਸ਼ੀ ਚੁੱਪਧਾਰੀ ਬੈਠੇ ਨੇ। ਇਹ ਸੁਖਬੀਰ ਬਾਦਲ ਦੀ ਪੋਸਟ ਹੈ, ਜੋ ਕੁਝ ਉਹ ਲਿਖ ਰਹੇ ਨੇ ਉਹ ਅਸੀਂ ਤੁਹਾਨੂੰ ਦੱਸ ਰਹੇ ਹਾਂ। ਤੇ ਉਹਨਾਂ ਨੇ ਅੱਗੇ ਲਿਖਿਆ ਕਿ ਅੱਜ ਕੱਲ ਨਾ ਇਹਨਾਂ ਨੂੰ ਕੋਈ ਬੇਅਦਬੀ ਨਜ਼ਰ ਆ ਰਹੀ ਹੈ, ਜਥੇਬੰਦੀਆਂ ਦਾ ਜ਼ਿਕਰ ਕਰ ਰਹੇ ਨੇ, ਅਖੌਤੀ ਜਥੇਬੰਦੀਆਂ ਦਾ। ਅੱਜ ਕੱਲ ਨਾ ਇਹਨਾਂ ਨੂੰ ਕੋਈ ਬੇਅਦਬੀ ਨਜ਼ਰ ਆ ਰਹੀ ਹੈ, ਨਾ ਹੀ ਉਸ ਬਾਰੇ ਇਹਨਾਂ ਨੂੰ ਕੁਝ ਸੁਣਾਈ ਦੇ ਰਿਹਾ ਹੈ ਤੇ ਨਾ ਹੀ ਇਹ ਬੇਅਦਬੀ ਬਾਰੇ ਕੁਝ ਬੋਲਣ ਦੇ ਲਈ ਤਿਆਰ ਨੇ। ਸਾਡੇ ਨਾਲ ਅਰਸ਼ਦੀਪ ਕਲੇਰ ਜੀ ਜੁੜ ਰਹੇ ਨੇ ਫੋਨ ਲਾਈਨ ਦੇ ਉੱਤੇ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ, ਸਪੋਕਸਪਰਸਨ ਨੇ। ਕਲੇਰ ਸਾਹਿਬ, ਸਵਾਗਤ ਹੈ ਤੁਹਾਡਾ। ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ, ਉਹਨਾਂ ਨੇ ਇੱਕ ਜਿਹੜਾ ਫੇਸਬੁੱਕ ਪੋਸਟ ਪਾਇਆ ਸੀ ਆਪਣੇ ਦਰਸ਼ਕਾਂ ਨੂੰ ਦਿਖਾਇਆ, ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਤਰਕ ਹੈ ਜੋ ਤੁਸੀਂ ਸਵਾਲ ਚੁੱਕ ਰਹੇ ਹੋ ਅਕਾਲੀ ਦਲ, ਉਹ ਕਹਿੰਦੇ ਕਿ 2015 ਤੇ 2023 ਮੌਜੂਦਾ ਸਮੇਂ ਦੇ ਵਿੱਚ ਫਰਕ ਇਹ ਹੈ ਕਿ 2015 ਦੇ ਵਿੱਚ ਤੁਸੀਂ ਜਿਹੜੇ ਬੇਅਦਬੀ ਦੇ ਦੋਸ਼ੀ ਸੀ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਹੁਣ ਉਹ ਨਹੀਂ ਹੁੰਦਾ। ਗੌਰਵ ਜੀ, ਮੈਨੂੰ ਨਾ ਬੜੀ ਹੈਰਾਨੀ ਹੁੰਦੀ ਹੈ ਜਦੋਂ ਇੱਕ ਲੋਕਾਂ ਦੀ ਚੁਣੀ ਹੋਈ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਕੇ ਸਾਰਾ ਕੁਝ ਪਿਛਲੀਆਂ ਸਰਕਾਰਾਂ ਦੇ ਉੱਤੇ ਪਾਉਣਾ ਚਾਹੁੰਦੀ ਹੈ। ਦੇਖੋ, ਬਹੁਤ ਦੁੱਖ ਦੇ ਨਾਲ ਇਹ ਗੱਲ ਕਹਿਣੀ ਪੈਂਦੀ ਹੈ ਕਿ ਸਰਕਾਰ ਹੁੰਦੀ ਕਾਦੇ ਵਾਸਤੇ ਹੈ? ਸਰਕਾਰ ਲੋਕਾਂ ਦੀ ਸੁਰੱਖਿਆ ਵਾਸਤੇ ਹੁੰਦੀ ਹੈ। ਪਰ ਜਿਹੜੀ ਸਰਕਾਰ, ਜਿਹੜਾ ਸਭ ਤੋਂ ਵੱਡਾ ਸਾਡਾ ਧਰਮ ਹੈ, ਜਿਹੜਾ ਸਭ ਤੋਂ ਵੱਡਾ ਨਾਨਕ ਨਾਮ ਲੇਵਾ ਦੇ ਹਿਰਦੇ ਜਿਹੜੀ ਚੀਜ਼ ਨੇ ਵਲੂੰਦ ਰਹੇ ਨੇ, ਉਹ ਬੇਅਦਬੀ। ਆਮ ਆਦਮੀ ਪਾਰਟੀ ਦੀ ਸਰਕਾਰ ਇਹ ਦੱਸੇ ਕਿ ਇਹਨਾਂ ਦੀ ਸਰਕਾਰ ਦੇ ਵਿੱਚ ਕਿੰਨੀਆਂ ਬੇਅਦਬੀ ਦੀਆਂ ਘਟਨਾਵਾਂ ਹੋ ਚੁੱਕੀਆਂ ਤੇ ਇਹਨਾਂ ਨੇ ਕੀ ਐਸਾ ਕਦਮ ਚੁੱਕਿਆ ਉਹ ਬੇਅਦਬੀ ਦੀਆਂ ਘਟਨਾਵਾਂ ਰੋਕਣ ਨੂੰ। ਦੇਖੋ, ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਵੀ ਲੱਗਦੇ ਨੇ, ਸਿਰਫ ਰਾਜਨੀਤੀ ਹੁੰਦੀ ਹੈ, ਬੇਅਦਬੀਆਂ ਦਾ ਜ਼ਿਕਰ ਕਿਉਂ ਨਹੀਂ ਹੁੰਦਾ? ਕੁਲਤਾਰ ਸੰਧਵਾ ਸਾਹਿਬ ਉਦਾਂ ਤਾਂ ਬੜੇ ਲੰਬੇ ਲੰਬੇ ਭਾਸ਼ਣ ਦਿੰਦੇ ਹੁੰਦੇ ਸੀ ਜਦੋਂ ਸਰਕਾਰ ਦੇ ਵਿੱਚ ਨਹੀਂ ਆਏ ਸੀ, ਅੱਜ ਸਪੀਕਰ ਦੀ ਕੁਰਸੀ ਨਾਲ ਐਸਾ ਚਿਪਕੇ ਕਿ ਉਹਨਾਂ ਨੂੰ ਬੇਅਦਬੀਆਂ ਦਿਖਣੀਆਂ ਹੀ ਬੰਦ ਹੋ ਗਈਆਂ। ਔਰ ਮੈਂ ਯਾਦ ਕਰਾ ਦਿਆਂ ਕਿ ਆਮ ਆਦਮੀ ਪਾਰਟੀ ਉਹ ਪਾਰਟੀ ਹੈ ਜਿਹਨੇ ਗੁਰੂ ਸਾਹਿਬ ਦੀ ਬੇਅਦਬੀ ਨੂੰ ਇੱਕ ਪੌੜੀ ਦੇ ਤੌਰ ਤੇ ਵਰਤਿਆ ਸਿਰਫ ਸੱਤਾ ਤੇ ਆਉਣ ਦੇ ਲਈ। ਔਰ ਮਾਲਵਿੰਦਰ ਕੰਗ ਨੂੰ ਮੇਰਾ ਸਵਾਲ ਹੈ ਕਿ ਮਾਲਵਿੰਦਰ ਕੰਗ ਇਹ ਤਾਂ ਦੱਸੇ ਕਿ ਅੱਜ ਦੂਜਿਆਂ ਤੇ ਇਲਜ਼ਾਮ ਲਾਉਣ ਵਾਲੇ ਬੇਅਦਬੀਆਂ ਦਾ ਜਿਹੜਾ 2015 ਦੀ ਘਟਨਾਵਾਂ ਦੀ ਗੱਲ ਕਰਦੇ ਉਹਦਾ ਚਲਾਨ ਤਾਂ ਭਗਵੰਤ ਮਾਨ ਆਪ ਪੇਸ਼ ਕਰਕੇ ਆਏ ਨੇ, ਫਿਰ ਉਹਦੇ 'ਚ ਹੈਗਾ ਕਿਸੇ ਦਾ ਨਾਂ?
ਦੱਸੋ ਨਾ, ਜਵਾਬ ਦਿਓ ਨਾ। ਮਤਲਬ ਮਾਲਵਿੰਦਰ ਕੰਗ ਨੂੰ ਪਾਰਟੀ ਨੇ ਇਕੱਲਾ ਝੂਠ ਬੋਲਣ ਲਈ ਰੱਖ ਲਿਆ ਕਿ ਮਾਲਵਿੰਦਰ ਕੰਗ ਨੂੰ ਇਕੱਲਾ ਡਿਸਕ੍ਰੈਡਿਟ ਕਰਾਉਣ ਲਈ ਰੱਖਿਆ ਕਿ ਬੇਤੁਕੇ ਬਿਆਨ ਜੇ ਕੋਈ ਦਿਵਾਉਣੇ ਨੇ ਤਾਂ ਮਾਲਵਿੰਦਰ ਕੰਗ ਨੂੰ ਅੱਗੇ ਕਰ ਦਿਓ। ਸੁਖਬੀਰ ਬਾਦਲ ਸਾਹਿਬ ਨੇ ਇੱਕ ਬੜਾ ਸਪਸ਼ਟ ਸਵਾਲ ਕੀਤਾ ਹੈ ਕਿ 2015 ਦੀ ਬੇਅਦਬੀ ਨੂੰ ਰਾਜਨੀਤਿਕ ਤੌਰ ਤੇ ਵਰਤਣ ਵਾਲੇ ਇਹ ਦੱਸਣ ਕਿ ਕਾਂਗਰਸ ਦੇ ਰਾਜ ਦੇ ਵਿੱਚ ਵੀ ਪੌਣੇ 200 ਬੇਅਦਬੀਆਂ ਹੋਈਆਂ, ਅੱਜ ਆਮ ਆਦਮੀ ਪਾਰਟੀ ਦੇ ਰਾਜ 'ਚ ਵੀ ਲਗਾਤਾਰ ਬੇਅਦਬੀਆਂ ਹੋ ਰਹੀਆਂ। ਕੀ ਸਰਕਾਰਾਂ ਦਾ ਮਕਸਦ ਕੱਲਾ ਬੇਅਦਬੀ ਤੇ ਸਿਆਸਤ ਕਰਨਾ ਹੈ ਕਿ ਇਹਦੇ ਪ੍ਰਤੀ ਕੋਈ ਠੋਸ ਕਦਮ ਵੀ ਚੱਕੇ ਜਾਣਗੇ? ਮਤਲਬ ਤੁਹਾਨੂੰ ਲੱਗ ਰਿਹਾ ਕਿ ਸਿਰਫ ਸਿਆਸਤ ਹੋ ਰਹੀ ਹੈ। ਇਹ ਜਿਹੜੇ ਅਖੌਤੀ ਪੰਥਕ ਜਥੇਬੰਦੀਆਂ ਕਿਹਨਾਂ ਵੱਲ ਇਸ਼ਾਰਾ ਹੈ ਤੁਹਾਡਾ, ਜੋ ਬਾਦਲ ਸਾਹਿਬ ਆਪਣੇ ਟਵੀਟ 'ਚ ਲਿਖ ਰਹੇ ਨੇ? ਜਿਹੜੇ ਅਖੌਤੀ ਪੰਥਕ ਜਥੇਬੰਦੀਆਂ ਨੇ ਉਹਨਾਂ ਨੂੰ ਆਪ ਹੀ ਬਾਦਲ ਸਾਹਿਬ ਦੇ ਟਵੀਟ ਤੋਂ ਸਮਝ ਆ ਗਿਆ ਹੋਣਾ, ਕਿਉਂਕਿ ਉਹਨਾਂ ਦਾ ਵੀ ਜਥੇਬੰਦੀਆਂ ਦਾ ਇੱਕੋ ਕੰਮ ਹੈ ਕਿ ਕਿਸੇ ਤਰੀਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਟਾਰਗੇਟ ਕਰੀਏ, ਸ਼੍ਰੋਮਣੀ ਅਕਾਲੀ ਦਲ ਨੂੰ ਟਾਰਗੇਟ ਕਰੀਏ। ਹਾਲਾਂਕਿ ਦੂਜੀ ਵਾਰੀ ਸ਼੍ਰੋਮਣੀ ਅਕਾਲੀ ਦਲ ਸੱਤਾ ਤੋਂ ਬਾਹਰ ਹੈ, ਪਰ ਇਹ ਜਦੋਂ ਬੇਅਦਬੀਆਂ ਹੁੰਦੀਆਂ ਨੇ ਉਦੋਂ ਮੈਨੂੰ ਲੱਗਦਾ ਕੂਕ ਸੌ ਜਾਂਦੇ ਨੇ। ਮੈਨੂੰ ਸਮਝ ਨਹੀਂ ਆਉਂਦੀ ਕਿ ਗੁਰਦਾਸਪੁਰ ਦੀ ਘਟਨਾ ਹੋਈ ਨੂੰ ਅੱਜ ਕਿੰਨਾ ਸਮਾਂ ਬੀਤ ਗਿਆ। ਦੱਸੋ ਜੀ, ਕਿਹੜੀ ਜਥੇਬੰਦੀ ਨੇ ਉੱਥੇ ਜਾ ਕੇ ਧਰਨਾ ਲਾ ਲਿਆ, ਕਿਹੜੀ ਜਥੇਬੰਦੀ ਨੇ ਸਰਕਾਰ ਤੋਂ ਇਨਸਾਫ ਮੰਗ ਲਿਆ? ਫਿਰ ਸਾਫ਼ ਹੀ ਪਤਾ ਲੱਗਦਾ ਨਾ ਕਿ ਆਪਾਂ ਗੁਰੂ ਸਾਹਿਬ ਪ੍ਰਤੀ ਸੱਚੇ ਨਹੀਂ, ਆਪਾਂ ਸਿਰਫ ਸਰਕਾਰ ਦੇ ਇਸ਼ਾਰੇ ਤੇ ਸਿਆਸਤ ਕਰਨੀ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਟਹਿਰੇ ਦੇ ਵਿੱਚ ਰੱਖਣਾ ਹੈ। ਸਰਕਾਰ ਦੇ ਸਾਹਮਣੇ ਆਪਣੇ ਮੂੰਹਾਂ ਤੇ ਪੂਰੇ ਮੈਨੂੰ ਲੱਗਦਾ ਵੀ ਗੂੰਦ ਹੀ ਲੱਗ ਜਾਂਦੀ, ਆਪਾਂ ਬੋਲ ਨਹੀਂ ਸਕਦੇ। ਸੋ ਗੌਰਵ ਜੀ, ਬੜੇ ਗੰਭੀਰ ਸਵਾਲ ਨੇ। ਦੇਖੋ, ਸਿਆਸਤਾਂ ਚੱਲਦੀਆਂ ਰਹਿਣਗੀਆਂ, ਪਾਰਟੀਆਂ ਜਿੱਤਣਗੀਆਂ, ਪਾਰਟੀਆਂ ਹਾਰਨਗੀਆਂ, ਪਰ ਜਿਸ ਤਰੀਕੇ ਦੇ ਨਾਲ ਪੰਜਾਬ ਦਾ ਨੁਕਸਾਨ ਹੋ ਰਿਹਾ, ਜਿਸ ਤਰੀਕੇ ਦੇ ਨਾਲ ਨਾਨਕ ਨਾਮ ਲੇਵਾ ਦੇ ਉਹਨਾਂ ਦੀਆਂ ਫੀਲਿੰਗਸ ਦੇ ਨਾਲ ਖੇਡਿਆ ਜਾ ਰਿਹਾ, ਇੱਕ ਬਹੁਤ ਚਿੰਤਾ ਦਾ ਵਿਸ਼ਾ ਜੋ ਕਿ ਸਮੇਂ ਦੇ ਵਿੱਚ ਮੈਂ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਜਿਹੜਾ ਤਾਂ ਤੁਸੀਂ ਬਣਾਉਂਦੇ ਹੋ ਬ੍ਰੌਡਕਾਸਟਿੰਗ ਦਾ ਕਾਨੂੰਨ ਵਿਧਾਨ ਸਭਾ 'ਚੋਂ ਤੁਹਾਡਾ ਅਖਤਿਆਰ ਖੇਤਰ ਨਹੀਂ। ਹਾਂ, ਪੰਜਾਬ ਦਾ ਲਾਅ ਐਂਡ ਆਰਡਰ ਤੁਹਾਡਾ ਅਖਤਿਆਰ ਖੇਤਰ ਹੈ, ਤੁਸੀਂ ਪੰਜਾਬ ਦੇ ਗ੍ਰਹਿ ਮੰਤਰੀ ਹੋ ਜੀ। ਅੱਜ ਤੁਸੀਂ ਕਰਾਓ ਇਨਵੈਸਟੀਗੇਸ਼ਨ, ਤੁਸੀਂ ਬਣਾਓ ਕੋਈ ਐਸੇ ਕਾਨੂੰਨ, ਤੁਸੀਂ ਬਣਾਓ ਕੋਈ ਐਸੀ ਟਾਸਕ ਫੋਰਸ ਜਿਹੜੀ ਕਿ ਕੱਲਾ ਸੂਬੇ ਦੇ ਵਿੱਚ ਐਸੀਆਂ ਜਿਹੜੀਆਂ ਬੇਅਦਬੀਆਂ ਨੇ, ਕੱਲੀਆਂ ਗੁਰਦੁਆਰਾ ਸਾਹਿਬਾਨਾਂ 'ਚ ਨਹੀਂ, ਹੋਰ ਵੀ ਅਗਰ ਧਰਮ ਦੇ ਗ੍ਰੰਥਾਂ ਦੀ ਬੇਅਦਬੀਆਂ ਹੁੰਦੀਆਂ ਨੇ ਤਾਂ ਸੀਐਮ ਉਹਨੂੰ ਰੋਕਣ ਦੇ ਲਈ ਕੀ ਐਸਾ ਨਵੇਂ ਮਾਪਦੰਡ ਲੈ ਕੇ ਆਉਂਦੇ, ਸਾਨੂੰ ਉਹ ਦੱਸਣ। ਕੱਲੀਆਂ ਗੱਲਾਂ ਮਾਰ ਕੇ ਮੁੱਖ ਮੰਤਰੀ ਟਾਈਮ। ਚਲੋ, ਹੋਪਫੁਲੀ ਤੁਹਾਡੀ ਆਵਾਜ਼ ਉਹਨਾਂ ਤੱਕ ਪਹੁੰਚੀ ਹੋਏਗੀ, ਉਹ ਕਦਮ ਜ਼ਰੂਰ ਚੁੱਕੇ ਜਾਣ। ਸ਼ੁਕਰੀਆ ਕਲੇਟ ਸਾਹਿਬ, ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। 2015 ਦੇ ਵਿੱਚ ਬੇਅਦਬੀ ਹੋਈ ਹੋਵੇ, ਬੇਅਦਬੀ ਦੀ ਘਟਨਾ ਹੋਈ ਹੋਵੇ, ਜਾਂ ਫਿਰ ਉਸ ਤੋਂ ਪਹਿਲਾਂ ਜਾਂ ਉਸ ਤੋਂ ਬਾਅਦ ਦੇ ਵਿੱਚ, ਜਾਂ ਮੌਜੂਦਾ ਸਮੇਂ ਦੇ ਵਿੱਚ 2023 ਦੇ ਵਿੱਚ, ਚਾਹੇ ਉਹ ਗੁਰਦਾਸਪੁਰ ਦੇ ਵਿੱਚ ਹੋਈ ਹੈ, ਜਿੱਥੇ ਵੀ ਘਟਨਾ ਅਜਿਹੀ ਵਾਪਰਦੀ ਹੈ ਉਹ ਲਾਜ਼ਮੀ ਤੌਰ ਤੇ ਮੰਦਭਾਗੀ ਹੈ, ਬਹੁਤ ਅਨਫੋਰਚੂਨੇਟ ਹੈ। ਪਰ ਕੀ ਬਾਕੀ ਇਨਸਾਫ ਇਸ ਪੂਰੇ ਮਾਮਲੇ 'ਚ ਮਿਲੇਗਾ? ਹੁਣ ਤੱਕ ਕਾਰਵਾਈ ਕੀ ਹੋਈ? ਉਮੀਦ ਕਰਦੇ ਹਾਂ ਕਿ ਗੁਰਦਾਸਪੁਰ ਪੁਲਿਸ ਵੀ ਤੱਥ ਜ਼ਰੂਰ ਸਾਹਮਣੇ ਰੱਖੇਗੀ।